कतक कर्म कमावणे दोष न काहूँ जोग। परमेश्वर ते भुलनिया व्यापन सबे रोग। विमुख होए राम ते लगन जन्म विजोग। खिन मैं कौड़े होए गए जितड़े माया भोग। विच ना कोई कर सकै किस थै रोवै रोज। कीता किछु ना होवई लिखिया धुर संजोग। वड भागी मेरा प्रभ मिलै तां उतरै सब वियोग। नानक को प्रभ राख लेहे मेरे साहिब बंदी मोच। कतक होवै साध संग बिनसै सबे सोच। कतक होवै साध संग बिनसै सबे सोच। समूह संगतां फतेह बुलाओ आखो जी वाहिगुरु जी का खालसा वाहिगुरु जी की फतेह। कतक महीने की आरंभता दे अज दे दिहाड़े दे उपर गुरु दरबार दियां हाजरियां भर रहे गुरु प्यार वाले गुरु सवारे सतसंगी जनों, धन गुरु अर्जन देव पातशाह जी ने 12 महाबाणी के अधीन कतक दे महीने के परथाए जो पावन बचन उचारण किए ने स्क्रीन के उपर आप दर्शन भी कर रहे हो तो इस पावन पदे का पाठ आप जी ने सरवण भी किया है। आओ जिन्ना समा है 15-20 मिनट का आपां इस पावन बचनां नूं समझण दा यतन करते हाँ। कतक कर्म कमावणे दोष ना काहूँ जोग। गुरु नानक साहब सतगुरु पातशाह दे सिख पंथ नूं भाई गुरदास साहब जी ने निर्मल पंथ कहा। मारिया सिक्का जगत विच नानक निर्मल पंथ चलाया। ये दुनिया के दूसरे पंथां तो वखरा है। पुछया जी वखरा क्यों है? गुरु नानक साहब पातशाह जपजी साहब की बाणी च फिर ये बचन उचारते हैं कि हे भाई जो मेरा ये रास्ता है ये धर्म जात का रास्ता नहीं, ये कर्म का रास्ता है। क्योंकि गुरु नानक दे मत ने दुनिया के लोगों नूं ये सच का ज्ञान बख्शिया कि उस परमात्मा के दरबार विच ना धर्म देखा जाता है, ना पहरावा देखा जाता है, ना जात देखी जाती है, ना पैसा देखा जाता है, ना दान देखा जाता है। भी इस बंदे ना धर्म किहड़ा है, इस बंदे का रंग किहड़ा है, इस बंदे का दान किन्ना है, इस बंदे का भेख पहरावा की है। गुरु नानक साहब पातशाह ने क्या वो परमात्मा का दरबार सच्चा है, वो आप सच्चा, ओदा दरबार सच्चा। ते सच्चा दरबार वो हुंदा है जिस दरबार विच धर्म जात दान रंग रूप ना देखा जाए, जिस दरबार दे विच केवल बंदे का कर्म देखा जाए।
ਇਹ ਬਚਨ ਤੁਸੀਂ ਗੁਰਮੁਖੋ ਰੋਜ਼ਾਨਾ ਜਪਜੀ ਸਾਹਿਬ ਦੀ ਬਾਣੀ ਅੰਦਰ ਪੜ੍ਹਦੇ ਹੋ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਪਰਮਾਤਮਾ ਨੇ ਅਨੇਕਾਂ ਰੁੱਤਾਂ, ਰਾਤਾਂ, ਤਿੱਥਾਂ, ਵਾਰਾਂ ਨੂੰ ਬਣਾਇਆ। ਪਾਤਸ਼ਾਹ ਕਹਿੰਦੇ ਤਿੱਥਾਂ, ਵਾਰਾਂ, ਰੁੱਤਾਂ, ਰੰਗਾਂ ਦੇ ਵਿਚਕਾਰ ਉਸ ਪਰਮਾਤਮਾ ਨੇ ਧਰਤੀ ਨੂੰ ਸਾਜਿਆ। ਇਸ ਧਰਤੀ ਦੇ ਉੱਤੇ ਅਨੇਕਾਂ ਰੂਪਾਂ ਦੇ, ਅਨੇਕਾਂ ਰੰਗਾਂ ਦੇ ਲੋਕ ਜੀਵ ਪੈਦਾ ਕੀਤੇ। ਉਹਨਾਂ ਸਾਰਿਆਂ ਨੂੰ ਪੈਦਾ ਕਰਕੇ ਹੁਕਮ ਸੁਣਾਇਆ, ਭਾਈ ਤੁਹਾਡਾ ਰੰਗ ਨਹੀਂ ਦੇਖਿਆ ਜਾਣਾ, ਤੁਹਾਡਾ ਰੂਪ ਨਹੀਂ ਦੇਖਿਆ ਜਾਣਾ। ਜਿਸ ਪਰਮਾਤਮਾ ਦੇ ਦਰਬਾਰ ਵਿੱਚੋਂ ਆਏ ਹੋ, ਜਿਸ ਪਰਮਾਤਮਾ ਦੇ ਦਰਬਾਰ ਵਾਪਸ ਜਾਣਾ ਹੈ, ਉੱਥੇ ਕੇਵਲ ਕਰਮਾਂ ਦੀ ਵਿਚਾਰ ਹੁੰਦੀ ਹੈ। ਚੰਗੇ ਕਰਮ ਕਰੋਗੇ ਤਾਂ ਪਰਮਾਤਮਾ ਦੇ ਨੇੜੇ ਹੋਵੋਗੇ, ਜੇ ਮੰਦੇ ਕਰਮ ਹੋਣਗੇ ਤੇ ਪਰਮਾਤਮਾ ਨੇ ਦੂਰ ਕਰ ਦੇਣਾ ਹੈ। ਜਪਜੀ ਸਾਹਿਬ ਦੀਆਂ ਇਹ ਪੰਕਤੀਆਂ ਹਰ ਇੱਕ ਸਿੱਖ ਗੁਰਮੁਖੋ ਰੋਜ਼ਾਨਾ ਪੜ੍ਹਦਾ ਹੈ। ਰਾਤੀ, ਰੁੱਤੀ, ਥਿੱਤੀ, ਵਾਰ, ਪਵਨ, ਪਾਣੀ, ਅਗਨੀ, ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਤੇ ਅਗਲਾ ਬਚਨ ਕਿਆ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉੱਥੇ ਕਰਮਾਂ ਦੀ ਵਿਚਾਰ ਤੇ ਕਰਮ ਦੇਖੇ ਜਾਂਦੇ ਨੇ। ਅਸੀਂ ਅਖੀਰਲਾ ਸ਼ਲੋਕ ਪੜ੍ਹਦੇ ਹਾਂ ਜਪਜੀ ਸਾਹਿਬ ਦੀ ਬਾਣੀ ਦਾ। ਪਾਤਸ਼ਾਹ ਕਹਿੰਦੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਵਾਚੈ ਦਾ ਅਰਥ ਵੇਖਦਾ ਹੈ, ਵਾਚ ਕਰਦਾ ਹੈ। ਚੰਗਿਆਈਆਂ ਬੁਰਿਆਈਆਂ, ਤੇਰੇ ਚੰਗੇ ਕਰਮ ਤੇ ਤੇਰੇ ਮਾੜੇ ਕਰਮ, ਉਹ ਧਰਮ ਪਰਮਾਤਮਾ ਆਪ ਦੇਖਦਾ ਧਰਮ ਦੀ ਕਸੌਟੀ ਲਾ ਕੇ। ਤੇ ਚੇਤਾ ਰੱਖੀ ਚੰਗਿਆਈਆਂ ਹੋਣਗੀਆਂ ਤੇ ਨੇੜੇ ਹੋਵੇਂਗਾ, ਬੁਰਾਈਆਂ ਝੋਲੀ ਹੋਣਗੀਆਂ ਤੇ ਦੂਰ ਕਰ ਦੇਣਾ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜੇ ਤੂੰ ਨੇੜੇ ਹੋਣਾ ਚਾਹੁੰਦਾ ਰੱਬ ਦੇ ਤਾਂ ਚੰਗਿਆਈਆਂ ਕਰ, ਜੇ ਬੁਰਾਈਆਂ ਹੋਣਗੀਆਂ ਦੂਰ ਤੇ ਆਪਣੇ ਆਪ ਹੋ ਜਾਣਾ ਹੈ। ਇਹੀ ਬਚਨ ਗੁਰਮੁਖੋ ਅੱਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਕੱਤਕ ਦੇ ਮਹੀਨੇ ਨੂੰ ਉਚਾਰਨ ਕਰਦੇ ਨੇ। ਪਾਤਸ਼ਾਹ ਨੇ ਕੱਤਕ ਦੇ ਮਹੀਨੇ ਦੇ ਵਿੱਚ ਕਹਿਣ ਲੱਗੇ ਕਰਮ ਕਮਾਵਣੇ। ਜੋ ਤੂੰ ਕਰਮ ਕਮਾਉਣੇ ਨੇ, ਜੋ ਕੁਛ ਵੀ ਤੂੰ ਚੰਗਾ ਮਾੜਾ ਕਰਨਾ ਹੈ, ਇਹ ਗੱਲ ਚੇਤਾ ਰੱਖੀ, ਦੋਸ਼ ਨਾ ਕਾਹੂ ਜੋਗ। ਕਰਮ ਕਰਨ ਤੋਂ ਬਾਅਦ ਮਾੜੇ ਕਰਮ ਕੀਤੇ, ਮਾੜਾ ਨਤੀਜਾ ਆ ਗਿਆ, ਕਿਤੇ ਰੱਬ ਨੂੰ ਦੋਸ਼ ਨਾ ਦੇਈ ਜਾਏ। ਬੰਦਾ ਹੁੰਦਾ ਗੁਰਮੁਖੋ ਦੋਸ਼ ਨਾ ਕਾਹੂ ਜੋਗ। ਕਈ ਵਾਰ ਬੰਦੇ ਦੇ ਕਰਮ ਐਸੇ ਨੇ, ਉਹਦਾ ਨਤੀਜਾ ਮਾੜਾ ਆਉਂਦਾ ਹੈ, ਪਰ ਬੰਦਾ ਆਪਣੀ ਇਹ ਗਲਤੀ ਸਵੀਕਾਰ ਨਹੀਂ ਕਰਦਾ, ਕਹਿੰਦਾ ਰੱਬ ਵੀ ਦੁਸ਼ਮਣ ਬਣ ਗਿਆ। ਕਰਦਾ ਜੀ ਇਹ ਤਾਂ। ਗੁਰੂ ਪਾਤਸ਼ਾਹ ਨੇ ਕਿਹਾ ਦੱਦਾ ਦੋਸ਼ ਨਾ ਦਿਉ ਕਿਸੈ। ਗੁਰੂ ਨਾਨਕ ਸਾਹਿਬ ਨੇ ਪੱਟੀ ਲਿਖੀ, ਜਿਹੜੀਆਂ ਸੰਗਤਾਂ ਰੋਜ਼ਾਨਾ ਹਾਜ਼ਰੀ ਭਰਨ ਵਾਲੀਆਂ ਨੇ ਉਹ ਜਾਣਦੀਆਂ ਨੇ। ਗੁਰੂ ਨਾਨਕ ਸਾਹਿਬ ਨੇ ਪੱਟੀ ਲਿਖੀ ਤੇ ਗੁਰਮੁਖੋ ਪੱਟੀ ਜਦੋਂ ਇੱਕ ਇੱਕ ਅੱਖਰ ਦੀ ਵਿਆਖਿਆ ਕੀਤੀ, ਕਿਉਂਕਿ ਪੱਟੀ ਲਿਖੀ ਕੀ ਹੈ, ਇੱਕ ਇੱਕ ਅੱਖਰ ਦੀ ਵਿਆਖਿਆ ਕੀਤੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ। ਕੱਕੇ ਦੇ ਕੀ ਅਰਥ ਨੇ, ਖੱਖੇ ਦੇ ਕੀ ਅਰਥ ਨੇ, ਸੱਸੇ ਦੇ ਕੀ ਅਰਥ ਨੇ, ਬੱਬੇ ਦੇ ਕੀ ਅਰਥ ਨੇ, ਪੱਪੇ ਦੇ ਕੀ ਅਰਥ ਨੇ। ਦੁਨੀਆ ਦਾ ਪਹਿਲਾ ਗ੍ਰੰਥ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ। ਗੁਰਮੁਖੋ ਸ਼ਬਦਾਂ ਦੇ ਅਰਥ ਹਰ ਗ੍ਰੰਥ ਵਿੱਚ ਨੇ, ਪਰ ਕੇਵਲ ਗੁਰੂ ਗ੍ਰੰਥ ਸਾਹਿਬ ਹੈ ਜਿਸ ਵਿੱਚ ਅੱਖਰਾਂ ਦੇ ਅਰਥ ਵੀ ਕੀਤੇ ਹੋਏ ਨੇ। ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਦੱਦਾ ਸ਼ਬਦ ਦੇ ਅਰਥ ਕੀਤੇ ਵੀ ਦੱਦੇ ਦਾ ਕੀ ਅਰਥ ਹੈ, ਤੇ ਪਾਤਸ਼ਾਹ ਨੇ ਉਚਾਰਨ ਕੀਤਾ ਦੱਦਾ ਦੋਸ਼ ਨਾ ਦਿਉ ਕਿਸੈ। ਦੱਦਾ ਤੈਨੂੰ ਇਹ ਸਮਝਾ ਰਿਹਾ ਹੈ ਕਿ ਭਾਈ ਕਿਸੇ ਦੂਜੇ ਨੂੰ ਦੋਸ਼ ਨਾ ਦੇ। ਦੋਸ਼ ਕਰਮਾਂ ਆਪਣਿਆਂ, ਤੇਰੇ ਆਪਣੇ ਕਰਮਾਂ ਦਾ ਦੋਸ਼ ਹੈ, ਦੁੱਖ ਭੋਗਦਾ ਪਿਆ ਤੇ। ਕਿਉਂਕਿ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਇਸ ਕਰਕੇ ਗੁਰਮੁਖੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਹਾ
कर्म प्रधान है गुरु नानक साहब का धर्म। इत्थे कर्म देखा जाता है केवल। कतक कर्म कमावणे दोष न काहूं जोग, परमेश्वर ते भुलिया व्यापन सबे रोग। ते गुरमुखो सब तो वड्डा दोष की है बंदे दे उपर? रब नूं भुल्लण दा। सब तो वड्डा दोष की हुंदा है? गुरु ग्रंथ साहिब पातशाह जी की बाणी तो पुछ गए, पातशाह बंदे का सब तो वड्डा गुनाह की है, सब तो वड्डा पाप की है बंदे का? पातशाह कहते पैदा करने वाले परमात्मा दियां दातां नूं संभाल लेना ते दातां देण वाले नूं भुल जाना, ये सब तो वड्डा दोष है। रब नूं भुलना गुरमुखो सब तो वड्डा दोष। आनंद साहब जी की बाणी आपां पढ़दे हां, आप अज उदाहरण सारियां बाणी चों लवांगे। हर एक जदों सिख नितनेम करदा आनंद साहब की बाणी पढ़दा, सतगुरां नूं सवाल कीता सिख ने, सतगुरु पातशाह मैं जप करदा हाँ, मैं तप करदा हाँ, मैं अंमृत वेला भी संभालदा हाँ, मैं बेईमानी भी कोई नहीं करदा, मैं बुरा कर्म कोई नहीं करदा, पर पातशाह आनंद की प्राप्ति कोई नहीं हुई। की कारण मैनू आनंद की प्राप्ति नहीं? ते गुरु अमरदास साहब पातशाह कहंदे भाई कुछ भावें बुरा नहीं, तू ठगी नहीं मारदा, बेईमानी नहीं करदा, कुछ भी तेरा बुरा नहीं, पर जिस परमात्मा ने दातां दित्तियां ने कि उन्होंने याद करदा है? कि वो परमात्मा देण वाला तेरे याद रहिंदा 24 घंटे? बंदे ने कहा नहीं, भुल जांदा हाँ। ते गुरु ग्रंथ साहिब पातशाह कहंदे कोई बंदा भलिया तेरी पैसे ना मदद करे, उन्हें पैसे वापस लेने ने ते चेता रखी ब्याज भी नाल लैना, तू तां भी धन्नवाद करदा है। कोई बंदा तैनू एक वक्त की रोटी खवा देवे, तू ओदा कहना मैं तेरा एहसान कदे नहीं भुलांगा। शब्द असीं वरतदे हां, तू मेरा ये काम कीता मैं तेरा एहसान जिंदगी भर नहीं भुलांगा। ते गुरु अमरदास साहब पातशाह कहंदे ने हे भाई, जिस परमात्मा ने एक पानी की बूंद तो तेरा शरीर बनाया, माता दे उदर विच तैनू अग तो बचाया, ते केवल अग तो नहीं बचाया, उस मां दी अग दे विच तैनू बैठे हुए नू भोजन भी पहुँचाया, फिर उस परमात्मा नू तू किवें विसार दिना है? माता कै उदर में प्रतिपाल करे सो क्यों मनो विसारिया, परमेश्वर ते भुलिया। जिस परमात्मा ने माता दे उदर दी अग विच तेरी पालना की, तैनू किसी ने एक वक्त की रोटी खवाई, तू एहसान नहीं भुलदा, धन्नवाद करदा है। ते जिहड़े परमात्मा ने मां दी पेट दी अग तैनू पालिया, तैनू भोजन पहुँचाया, उन्होंने कदे याद कोई नहीं किया। माता के उदर में प्रतिपाल करे सो क्यों मनो विसारी है, मनो क्यों विसारी है? एवड़ दाता जे अग्न में आर पहुँचावे, उसनों कह पो ना सकी। पातशाह कहते उन्होंने दुनिया का कोई दुख पो ही नहीं सकता, उसनों कह पो ना सकी। किन्हां नूं जी? जिसनों अपनी लिव लावई। जेड़े परमात्मा ना अपनी लिव लाउंदे ने, पातशाह कहते दुनिया का कोई दुख उन्होंने आत्मिक तौर पर कुछ नहीं कर सकता। इस करके बंदे उत्ते सब तो वड्डा गुरमुखो दोष है दातां देण वाले परमात्मा नूं भुल जाना। इस करके गुरु नानक साहब पातशाह ने एक बचन क्या, मैं होर बाणी च उदाहरण दे जावां। सतगुरु पातशाह कहते 4 दुख ने बंदे की जिंदगी च सब तो वड्डे। एक है सब पहला दुख क्या, दुख विछोड़ा। गुरु नानक साहब पातशाह का बचन, सब तो वड्डा दुख है पैदा करने वाले परमात्मा तो विछड़ जाना। दुख विछोड़ा, एक दुख भूख, एक दुख सख्त वार जमदूत, एक दुख रोग लगे तन धाए, वैद न भूलै दारू लाए। पुछया पातशाह ये रोग लगे क्यों ने बंदे ने, ये रोग क्यों लगे ने? ते अगली पंक्ति है, सतगुरु पातशाह कहते ने खसम वसार किए रस भोग,
तां तन उठ खलोए रोग। अगला बचन, खसम नूं भुल गया ते रसां कसां नूं लग गया। पातशाह कहंदे रब नूं भुल के जदों जिंदगी रसां स्वादां नाल लग जाए उदों फिर आवाज़ नहीं पारनी पैंदी, तेरे अंदरों ही बीमारियां ते रोग पैदा हो जाते हैं, अंदरों ही पैदा हो जाते हैं। खसम वसार, खसम नूं भुल के कीए रस भोग, तां तन उठ खलोए रोग। तां ही तेरी जिंदगी च रोग उठ के खड़े हो गए ने, क्योंकि रखिया करने वाले परमात्मा नूं भुल के बैठा है। इस करके सब तो वड्डा गुरमुखो दोष है बंदे उपर परमात्मा नूं भुल जाना। कतक कर्म कमावणे दोष न काहूं जोग, परमेश्वर ते भुलिया व्यापन सभे रोग। वेमुख होए राम ते, ਜਿਹੜੇ राम दे मुख तो दूर हो जाते ने, लगन जन्म विजोग। जन्म बहुत बचना है इत्थे, बहुत जन्म कहन लगे एक दा नहीं, फिर विछोड़े दा दुख जिहड़ा है कई जन्मां दा लग जाता है। खिन में कौड़े होए गए, जो रब भुल जाए तो एक पल खिन समय दे विच जितने माया भोग, जिन्ने माया दे स्वाद सन, पातशाह कहंदे खिन विच कौड़े हो जाते ने रब भुल जाए तो। जे रब नूं भुला दईए, जे रब दा पल्ला छड्ड दईए ते खिन दे विच ਜਿਹੜੀਆਂ चीज़ां सुखदाई ने वो दुखदाई बन जांदियां ने। और देखो मैं संगतां नूं बेनती करदा हुन्ना, बच्चा पिता दा हथ पकड़दा, उंगल पकड़ के वो मेला देखदा पिया, उहनूं हर दुकान चंगी लगती है। कदे खिडौणियां वाल वेख के खुश हुंदा है, कदे मिठाइयां वाल देख के खुश हुंदा है, कदे इकट्ठ वाल देख के खुश हुंदा है। एकदम धक्का वज्जिया, बच्चे दी उंगल बाप दे कोलों छुट गई, बच्चा किसे होर पासे, बाप किसे होर पासे, विछोड़ा पै गया। हुण बच्चे ने जोर जोर दी रोना शुरू कर दिता। किसी बजुर्ग ने आके पूछा, बेटा रो क्यों रहे हैं? कहन लगा मैं अपने बाप तो विछड़ गया वां। वो कहन लगा फिर की होया विछड़ गया? ते मेले च ही फिरदा है, आ देख ਜਿਹੜੀਆਂ दुकानां वेख के हसदा पिया सी, सारियां दुकानां हो तेरे कोल ने। आ खिडौणिਆਂ ਦੀ दुकान देख, आ कपड़े की दुकान, आ मठियाई की दुकान, आ इकट्ठ, इहनूं वेख के खुश हो रहा सी। हुण सब कुछ तो है। वो कहन लगा जी है तो सब कुछ, पर सारियां चीज़ां देख के खुशी उदों हुंदी है जदों उंगल बाप दे हथ पकड़ी होवे। जे बापू तो उंगल छुट जाए तो दुकानां भी चंगियां नहीं लगदियां, फिर केवल रोना है। गुरु ग्रंथ साहिब पातशाह कहते दुनिया के रंग रस भोग उदों तक चंगे ने जड़ तक परमात्मा नाल जुड़ के बैठा है। जिस दिन परमात्मा नूं भुला दिता, ये सारियां चीज़ां तेरे लिए दुखदाई बन जाणगियां। परमेश्वर ते भुलिया व्यापन सभे रोग, खिन में कौड़े होए गए। खिन मात्र समय दे विच जितड़े माया भोग, विच ना कोई कर सकै। विच दा अर्थ है विचोलापन। जे तू कहे मैं विचोला पालांगा जी विचकार, नहीं नहीं। पातशाह कहते दुनियावी रिश्ते जोड़न दे लई विचोले की लोड़ जरूर पैंदी है, पर रब दे नाल रिश्ता जोड़ना होवे उत्थे आप ही जुड़ना पैंदा, उत्थे विचोला नहीं कुछ करता। विचोले का अर्थ है फरमाइशां, भी फरमाइशां नहीं उत्थे चलदियां, उत्थे रिश्ता आप जोड़ना पैंदा है। विच ना कोई कर सकै, किस थै रोवै रोज़, किनू रोजाना रोवेगा भाई, किहदियां मिन्नतां कड्डेगा, क्योंकि उत्थे विचोलपुणा चलदा ही कोई नहीं। कीता किछू ना होवई, लिखिया धुर संजोग। किसी तीजी शक्ति का, किसी तीजे बंदे का कुछ भी कीता यतन तेरे ते परमात्मा दे विचकार नहीं आ सकता। नहीं, उत्थे गलबात सीधी करनी पैंदी है। कीता किछू ना हो गई, किसी तीजे का कीता कुछ भी नहीं कर सकता। किस लिखिया धुर संजोग, ये धुर तो धुर दरगाह तो ये लिखिया गया है।
ਸੰਜੋਗ ਉਹਨਾਂ ਦਾ ਹੋਣਾ ਹੈ, ਮਿਲਾਪ ਉਹਨਾਂ ਦਾ ਹੋਣਾ ਹੈ ਜਿਹੜੇ ਸਿੱਧੇ ਪਰਮਾਤਮਾ ਨਾਲ ਜੁੜ ਕੇ ਬੈਠੇ ਹਨ। ਵਡਭਾਗੀ ਮੇਰਾ ਪ੍ਰਭ ਮਿਲੈ। ਉਹ ਕਿਸੇ ਫਰਮੈਸ਼ ਨਾਲ ਨਹੀਂ, ਕਿਸੇ ਜਾਤ ਪਾਤ ਉਦਮ ਦੇ ਨਾਲ ਨਹੀਂ, ਜਿਹਦੇ ਵੱਡੇ ਭਾਗ ਹੁਣ ਉਹਨਾਂ ਨੂੰ ਮਿਲਦਾ ਹੈ। ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਸਾਰੇ ਦੁੱਖ, ਸਾਰੇ ਝੋਰੇ, ਸਾਰੇ ਵਿਛੋੜੇ ਖਤਮ ਹੋ ਜਾਂਦੇ ਨੇ। ਨਾਨਕ ਕਉ ਪ੍ਰਭ ਰਾਖ ਲਿਓ। ਨਾਨਕ ਤੇ ਬੇਨਤੀ ਕਰਦਾ ਹੈ, ਮੇਰੇ ਪਰਮਾਤਮਾ ਮੈਨੂੰ ਸਦਾ ਆਪਣੇ ਚਰਨਾਂ 'ਚ ਰੱਖ। ਮੇਰੇ ਸਾਹਿਬ ਬੰਦੀ ਮੋਚ, ਬੰਧਨਾਂ ਤੋਂ ਮੁਕਤੀ ਦੇਣ ਵਾਲੇ ਮੇਰੇ ਪਰਮਾਤਮਾ ਤੂੰ ਸਦਾ ਮੈਨੂੰ ਆਪਣੇ ਚਰਨਾਂ 'ਚ ਰੱਖ। ਤੇ ਅਖੀਰ ਤੇ ਕਿਹਾ ਕੱਤਕ ਹੋਵੈ ਸਾਧ ਸੰਗ। ਜੇ ਭਾਈ ਕੱਤਕ ਦੇ ਮਹੀਨੇ ਦੇ ਵਿੱਚ ਐ ਜੀਵ ਤੇਰੇ ਪੱਲੇ ਸਾਧ ਦੀ ਸੰਗਤ ਹੋਵੇ, ਗੁਰੂ ਦੀ ਸੰਗਤ ਹੋਵੇ। ਬਿਨਸੈ, ਬਿਨਸੇ ਹੁੰਦਾ ਬਿਨਸ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਸਭੇ ਸੋਚ, ਸੋਚ ਦਾ ਅਰਥ ਹੈ ਚਿੰਤਾ ਫਿਕਰ। ਕਹਿਣ ਲੱਗੇ ਦੁਨੀਆ ਦੀਆਂ ਸਾਰੀਆਂ ਚਿੰਤਾਵਾਂ, ਦੁਨੀਆ ਦੇ ਸਾਰੇ ਝੋਰੇ ਬਿਨਸ ਜਾਂਦੇ ਨੇ ਜੇ ਕੱਤਕ ਦੇ ਮਹੀਨੇ ਗੁਰੂ ਦੀ ਸੰਗਤ ਕਰ ਲਵੇ ਤਾਂ। ਇਸੇ ਕਰਕੇ ਗੁਰਮੁਖੋ ਇੱਕ ਬਚਨ ਆਉਂਦਾ, ਸਮਾਪਤੀ ਕਰੀਏ 1 ਮਿੰਟ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਗੁਰੂ ਅਰਜਨ ਸਾਹਿਬ ਤੋਂ ਪੁੱਛੀਏ, ਪਾਤਸ਼ਾਹ ਇਸ ਸੰਸਾਰ ਵਿੱਚ ਜਿਤਨੇ ਕਰਮ ਨੇ, ਸਾਰੇ ਕਰਮਾਂ ਤੋਂ ਸ਼੍ਰੋਮਣੀ ਕਰਮ ਕੀ ਹੈ? ਇੱਕ ਤਾਂ ਆਪਾਂ ਸ਼ੁਰੂਆਤ ਵਿੱਚ ਉਚਾਰਿਆ ਨਾ ਵੀ ਸਾਰੇ ਪਾਪਾਂ ਤੋਂ ਵੱਡਾ ਪਾਪ ਕੀ? ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਰੱਬ ਨੂੰ ਭੁੱਲ ਜਾਣਾ। ਹੁਣ ਗੁਰੂ ਤੋਂ ਪੁੱਛੀਏ, ਪਾਤਸ਼ਾਹ ਸਾਰੇ ਕਰਮਾਂ ਵਿੱਚ ਸਭ ਤੋਂ ਵੱਡਾ ਸ੍ਰੇਸ਼ਟ ਕਰਮ ਕੀ? ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਸਤ ਸੰਗਤ ਵਿੱਚ ਬੈਠ ਕੇ ਹਰੀ ਦੀ ਕੀਰਤੀ ਕਰਨੀ, ਇਹ ਸਾਰੇ ਕਰਮਾਂ ਵਿੱਚੋਂ ਸਭ ਤੋਂ ਵੱਡਾ ਕਰਮ ਹੈ। ਹਰ ਕੀਰਤ ਸਾਧ ਸੰਗਤ ਹੈ। ਸਾਧ ਦੀ, ਸਾਧੂ ਗੁਰੂ ਦੀ ਸੰਗਤ ਵਿੱਚ ਬੈਠ ਕੇ ਹਰੀ ਦੀ ਕੀਰਤੀ ਕਰਨੀ, ਸਿਰ ਕਰਮਨ ਕੈ ਕਰਮਾ। ਸਾਰੇ ਕਰਮਾਂ ਦੇ ਵਿੱਚੋਂ ਸ੍ਰੇਸ਼ਟ ਕਰਮ ਤੂੰ ਸਤ ਸੰਗਤ ਵਿੱਚ ਬੈਠ ਕੇ ਹਰੀ ਦੀ ਕੀਰਤੀ ਕਰੇ। ਕਹਿਣ ਲੱਗੇ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ ਪਰ ਭਾਈ। ਇਹ ਸਾਧੂ ਦੀ ਸੰਗਤ ਵਿੱਚ ਬੈਠ ਕੇ ਹਰੀ ਦੀ ਕੀਰਤੀ ਕਰਨ ਦਾ ਸੁਭਾਗ ਉਹਨਾਂ ਨੂੰ ਪੈਦਾ ਹੁੰਦਾ, ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਪੂਰਬਲੇ ਕਰਮਾਂ ਵਿੱਚ ਚੰਗੇ ਭਾਗ ਲਿਖੇ ਹੁੰਦੇ ਨੇ। ਜੇ ਤੂੰ ਗੁਰੂ ਦੀ ਸੰਗਤ ਵਿੱਚ ਬੈਠ ਕੇ ਹਰੀ ਦੀ ਕੀਰਤੀ ਕਰ ਰਿਹਾ ਹੈ ਤੇ ਸਿੱਖਾ ਇਹਦਾ ਭਾਵ ਹੈ ਤੇਰੇ ਧੁਰ ਪੂਰਬਲੇ ਕਰਮ ਬੜੇ ਚੰਗੇ ਨੇ। ਇਹ ਚੰਗੇ ਪੂਰਬਲੇ ਕਰਮਾਂ ਦੀ ਨਿਸ਼ਾਨੀ ਹੈ। ਅਸੀਂ ਗੁਰੂ ਦੀ ਸੰਗਤ ਵਿੱਚ ਬੈਠੇ ਹਾਂ, ਇਹ ਸਦਾ ਰੱਖੀਏ। ਬਾਬਾ ਜੀ ਨੇ ਕਿਹਾ ਕੱਤਕ ਹੋਵੈ ਸਾਧ ਸੰਗ, ਬਿਨਸੈ ਸਭੇ ਸੋਚ। ਗੁਰੂ ਪਾਤਸ਼ਾਹ ਕਿਰਪਾ ਕਰਨ ਗੁਰਮੁਖੋ, ਕੱਤਕ ਦਾ ਮਹੀਨਾ ਗੁਰੂ ਦੀ ਸੰਗਤ ਕਰਦਿਆਂ ਤੇ ਹਰੀ ਦੇ ਗੁਣ ਗਾਉਂਦਿਆਂ ਹੋਇਆਂ ਬਤੀਤ ਹੋਵੇ। ਅਰਦਾਸ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ